ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ। ਮਾਟੇ ਕਾ ਕਿਆ ਧੋਪੈ ਸੁਆਮੀ ਮਾਨਸ ਕੇ ਗਤ ਇਹੀ। ਬਾਲ ਜਵਾਨੀ ਅਰ ਬਿਰਦ ਪੁਨ ਤੀਨ ਅਵਸਥਾ ਜਾਨ। ਕਹੋ ਨਾਨਕ ਹਰਿ ਭਜਨ ਬਿਨ ਬਿਰਥਾ ਸਭ ਹੀ ਮਾਨ। ਬਾਲ ਜਵਾਨੀ ਅਰ ਬਿਰਦ ਪੁਨ ਕਰਨਹੁ ਤੋ ਸੋ ਨਾ ਕੀਓ। ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਿਓ। ਅਬ ਕਿਉ ਰੋਬਤ ਅੰਧ ਕਰਨਹੁ ਤੋ ਸੋ ਨਾ ਕੀਓ। ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿ ਨਮੀਤ। ਨਾਨਕ ਮੂਰਤ ਚਿਤਰ ਜਿਉ ਛਾਡਤ ਨਾਹਿਨ ਪੀਤ। ਮਨ ਮਾਇਆ ਮੈਂ ਰਮ ਰਹਿਓ ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਪਰਮ ਸਤਿਕਾਰਯੋਗ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੀ ਮਾਨ ਸਨਮਾਨ ਜੋ ਗੁਰੂ ਰੂਪ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅਸੀਂ ਤੁਸੀਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਕਿ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅਤੇ ਆਪ ਜੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਜੋ ਪਿਛਲੇ ਕੁਝ ਦਿਨਾਂ ਤੋਂ 9ਵੇਂ ਮਹੱਲੇ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਸੋ ਉਸੇ ਦੇ ਤਹਿਤ ਕੱਲ 34 ਕੁ ਸ਼ਲੋਕਾਂ ਦੀ ਵਿਚਾਰ ਜਿਹੜੀ ਹੈ ਉਹ ਸੰਪੂਰਨ ਹੋਈ ਸੀ। ਅੱਜ 35ਵੇਂ ਸ਼ਲੋਕ ਤੋਂ ਵਿਚਾਰ ਦੀ ਪ੍ਰਾਰੰਭਤਾ ਕਰਨੀ ਹੈ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ ਤਾਂ ਕਿ ਕੁਝ ਕਹਿਣ ਦਾ ਹੀਲਾ ਕਰ ਸਕਾਂ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਲੋਕ ਨੰਬਰ 35 ਦੇ ਅੰਦਰ ਮਨੁੱਖੀ ਜੀਵਨ ਦੀਆਂ 3 ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਆਖਿਆ ਅਗਰ ਕੋਈ ਮਾਲਕ ਦੀ ਕਿਰਪਾ ਸਦਕਾ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰ ਲੈਂਦਾ ਤਾਂ ਉਹਦੇ ਜੀਵਨ ਵਿੱਚ 3 ਅਵਸਥਾਵਾਂ ਆਉਂਦੀਆਂ ਨੇ। ਇੱਕ ਬਚਪਨ ਦਾ ਸਮਾਂ ਆਉਂਦਾ ਹੈ, ਇੱਕ ਜਵਾਨੀ ਦਾ ਸਮਾਂ ਆਉਂਦਾ ਹੈ ਤੇ ਇੱਕ ਬੁਢੇਪੇ ਦਾ ਸਮਾਂ ਆਉਂਦਾ ਹੈ। ਇਹ ਕੁਦਰਤ ਦਾ ਇੱਕ ਨਿਯਮ ਹੈ। ਅਗਰ ਕੋਈ ਮਨੁੱਖ ਆਪਣੀ ਜੀਵਨ ਦੀ ਯਾਤਰਾ ਜਿਹੜੀ ਹੈ ਇਹ ਪੂਰੀ ਕਰਕੇ ਜਾਂਦਾ ਤਾਂ ਹਾਲਾਂਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਸਾਧ ਸੰਗਤ, ਸਤਿਗੁਰਾਂ ਨੇ ਕਿਤੇ ਇਸ ਜੀਵਨ ਨੂੰ 2 ਹਿੱਸਿਆਂ ਵਿੱਚ ਡਿਵਾਈਡ ਕੀਤਾ ਜੀ। ਕਿਤੇ 3 ਹਿੱਸਿਆਂ ਵਿੱਚ, ਕਿਤੇ 4 ਹਿੱਸਿਆਂ ਵਿੱਚ ਤੇ ਕਿਤੇ 10 ਹਿੱਸਿਆਂ ਵਿੱਚ ਵੀ ਡਿਵਾਈਡ ਕਰਕੇ ਦੱਸਿਆ। ਕਿਤੇ ਤੈਨੂੰ ਸਮਝ ਆ ਜਾਏ ਕਿ ਇਹ ਜੀਵਨ ਤੈਨੂੰ ਕਿਸ ਵਾਸਤੇ ਮਿਲਿਆ। ਅੱਜ ਜੀਵਨ ਦੇ 3 ਹਿੱਸੇ ਬਿਆਨ ਕੀਤੇ ਨੇ, 3 ਪੜਾਵਾਂ ਦਾ ਜ਼ਿਕਰ ਕੀਤਾ। ਪਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਇੱਕ ਪਾਵਨ ਬਚਨ ਪੜ੍ਹਦੇ ਹਾਂ, ਜੈਸੇ ਕਿਰਸਾਨ ਬੋਵੈ ਕਿਰਸਾਨੀ ਕਾਚੀ ਪਾਕੀ
ਬਾੜ ਪੁਰਾਣੀ। ਉੱਥੇ ਦੋ ਅਵਸਥਾਵਾਂ ਦਾ ਜ਼ਿਕਰ ਕੀਤਾ, ਕੱਚੀ ਤੇ ਪੱਕੀ। ਅੱਜ ਜਿਹੜਾ ਸਲੋਕ ਹੈ ਇੱਥੇ ਤਿੰਨ ਦਾ ਜ਼ਿਕਰ ਕੀਤਾ, ਬਚਪਨ, ਜਵਾਨੀ ਤੇ ਬੁਢੇਪਾ। ਇੱਕ ਹੋਰ ਸ੍ਰੀ ਰਾਗ ਦੇ ਅੰਦਰ ਪਾਵਨ ਬਾਣੀ ਆਂਦੀ ਗੁਰੂ ਨਾਨਕ ਪਾਤਸ਼ਾਹ ਦੀ, ਉੱਥੇ ਚਾਰ ਹਿੱਸਿਆਂ ਵਿੱਚ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਤੇ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਤੇ ਲਿਆ ਕੇ ਗੱਲ ਖਤਮ ਕੀਤੀ। ਉੱਥੇ ਜੀਵਨ ਦੇ ਚਾਰ ਪੜਾਵਾਂ ਦਾ ਜ਼ਿਕਰ ਕੀਤਾ, ਮਾਤਾ ਦੀ ਗਰਭ ਤੋਂ ਸ਼ੁਰੂਆਤ ਕੀਤੀ ਤੇ ਮਨੁੱਖ ਦੇ ਅੰਤ ਵੇਲੇ ਤੱਕ ਸਾਰੀ ਕਹਾਣੀ ਜਿਹੜੀ ਬਿਆਨ ਕੀਤੀ। ਜੀਵਨ ਦੇ ਚਾਰ ਹਿੱਸੇ ਬਣਾ ਕੇ ਰੱਖ ਦਿੱਤੇ, ਤੈਨੂੰ ਸਮਝ ਆ ਜਾ। ਇੱਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬੜਾ ਪਿਆਰਾ ਬਚਨ ਸਾਧ ਸੰਗਤ, ਉੱਥੇ ਸਤਿਗੁਰਾਂ ਨੇ ਨਾ ਇਸ ਜੀਵਨ ਨੂੰ 10 ਹਿੱਸਿਆਂ ਵਿੱਚ ਵੰਡ ਦਿੱਤਾ ਜੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖਿਆ, ਬਸ ਇਹ ਕਹਿਣ ਦਾ ਮਕਸਦ ਕੇਵਲ ਇਹ ਕਿਤੇ ਤੇਰਾ ਕੋਈ ਤੇ ਪੜਾਵ ਜਿਹੜਾ ਉਹ ਸਫਲਾ ਹੋ ਜਾਏ। ਉੱਥੇ ਸਤਿਗੁਰਾਂ ਨੇ ਇਸ ਤਰੀਕੇ ਨਾਲ 10 ਹਿੱਸਿਆਂ ਵਿੱਚ ਵੰਡਿਆ। ਮਾਰੇ ਕਹਿੰਦੇ ਪਹਿਲੇ ਪਿਆਰ ਲੱਗਾ ਥਨ ਦੁੱਧ। ਇਹ ਵੀ ਇੱਕ ਸਮਾਂ ਸੀ ਜਦੋਂ ਤੇਰਾ ਜਨਮ ਹੋਇਆ, ਤੈਨੂੰ ਕੇਵਲ ਮਾਂ ਦੇ ਦੁੱਧ ਨਾਲ ਪਿਆਰ ਸੀ। 10 ਹਿੱਸਿਆਂ ਵਿੱਚ ਇਸ਼ਾਰਾ ਹੀ ਕਰ ਲਗਾ, ਬੜੇ ਧਿਆਨ ਨਾਲ ਸੁਣਿਓ। ਪਹਿਲਾ ਪਿਆਰ ਲੱਗਾ ਥਨ ਦੁੱਧ, ਪਹਿਲੀ ਅਵਸਥਾ ਸੀ, ਤੈਨੂੰ ਹੋਰ ਕੁਝ ਵੀ ਪਤਾ ਨਹੀਂ ਸੀ, ਤੈਨੂੰ ਮਾਂ ਦੇ ਦੁੱਧ ਨਾਲ ਪਿਆਰ ਸੀ, ਹੈ ਨਾ। ਦੂਜਾ ਮਾਏ ਬਾਪ ਕੀ ਸੁੱਧ, ਦੂਜਾ ਸਮਾਂ ਆਇਆ ਜ਼ਿੰਦਗੀ ਦਾ, ਦੂਜਾ ਸਟੈਪ ਪੁੱਟਿਆ ਤੂੰ ਤੇ ਤੈਨੂੰ ਮਾਂ ਬਾਪ ਦੀ ਸੁੱਧ ਆਈ। ਤੁਸੀਂ ਕੋਈ ਬੱਚਾ ਜਨਮ ਲੈਂਦਾ, ਤੁਸੀਂ ਦੇਖਿਓ ਪਹਿਲਾਂ ਮਾਂ ਦੇ ਦੁੱਧ ਨਾਲ ਪਿਆਰ, ਫਿਰ ਮਾਂ ਬਾਪ ਦੀ ਪਛਾਣ ਕਰਦਾ, ਹੈ ਨਾ। ਇਹ ਦੂਜਾ ਹਿੱਸਾ ਤੇਰੀ ਜ਼ਿੰਦਗੀ ਦਾ। ਤੀਜੇ ਪਿਆ ਭਾਬੀ ਬੇਬ, ਤੀਜੀ ਅਵਸਥਾ ਆਈ, ਤੈਨੂੰ ਆਪਣੇ ਭਰਾ ਭਰਜਾਈਆਂ ਦੀ ਜਾਣ ਪਛਾਣ ਹੋਈ, ਹੋਰ ਤੂੰ ਆਪਣੇ ਸਾਕ ਸੰਬੰਧੀਆਂ ਬਾਰੇ ਜਾਣ ਪਛਾਣ ਤੇਰੀ ਹੋ ਗਈ। ਚੌਥੇ ਪਿਆਰ ਉਪੰਨੀ ਖੇਡ, ਚੌਥੀ ਅਵਸਥਾ ਆਈ, ਚੌਥਾ ਪੜਾਵ ਆਇਆ, ਤੈਨੂੰ ਖੇਡਣ ਕੁੱਦਣ ਨਾਲ ਪਿਆਰ ਪੈ ਗਿਆ। ਜਿਵੇਂ ਜਿਵੇਂ ਜ਼ਿੰਦਗੀ ਦਾ ਸਮਾਂ ਗੁਜ਼ਰਦਾ, ਤਿਵੇਂ ਤਿਵੇਂ ਸਤਿਗੁਰਾਂ ਸਾਨੂੰ ਗੱਲ ਸਮਝਾਈ ਜੀ। ਪੰਜਵਾਂ ਖਾਣ ਪੀਣ ਕੀ ਧਾਤ, ਪੰਜਵਾਂ ਸਮਾਂ ਆਇਆ, ਤੈਨੂੰ ਖਾਣ ਪੀਣ ਦਾ ਸ਼ੌਕ ਪੈਦਾ ਹੋਇਆ। ਇਹ ਜ਼ਿੰਦਗੀ ਦੇ ਪੜਾਵ ਜੀ। ਛੇਵਾਂ ਕਾਮ ਨਾ ਪੁੱਛਿਆ ਜਾਤ, ਜ਼ਿੰਦਗੀ ਦਾ ਛੇਵਾਂ ਹਿੱਸਾ ਆਇਆ। ਸੱਚਮੁੱਚ ਜਿਹੜੇ ਤੇ ਗੁਰੂ ਦੀ ਕਿਰਪਾ ਸਦਕਾ ਇਸ ਰਾਹ 'ਤੇ ਤੁਰ ਪੈਂਦੇ ਨੇ, ਉਹਨਾਂ ਦੀ ਗੱਲ ਛੱਡ ਕੇ ਮੇਰੇ ਸਤਿਗੁਰ ਕਹਿੰਦੇ ਫਿਰ ਤੇਰੇ 'ਤੇ ਸਮਾਂ ਇਹੋ ਜਿਹਾ ਆਇਆ, ਸੱਚਮੁੱਚ ਤੂੰ ਇਹੋ ਜਿਹਾ ਬੇਕਾਰ ਭੋਗਣ ਲੱਗ ਪਿਆ, ਤੈਨੂੰ ਕੋਈ ਸੋਝੀ ਨਹੀਂ ਆਈ। ਕੌਣ ਆਪਣਾ ਕੌਣ ਪਰਾਇਆ, ਕੋਈ ਜਾਤ ਨਹੀਂ ਵੇਖੀ। ਛੇਵਾਂ ਕਾਮ ਨਾ ਪੁੱਛਿਆ ਜਾਤ, ਇਹੋ ਜਿਹਾ ਤੂੰ ਕਾਮ ਵਾਸ਼ਨਾ ਵਿੱਚ ਲਿਪਤ ਹੋਇਆ, ਤੂੰ ਭੁੱਲ ਗਿਆ ਇਹ ਜਾਤ ਪਾਤ ਕਿਹੜੀ ਹੈ, ਇਹ ਕੀ ਰਿਸ਼ਤਾ ਇਸ ਨਾਲ, ਸਭ ਕੋਈ ਤੇਰੀਆਂ ਅੱਖਾਂ ਅੰਨੀਆਂ ਹੋ ਗਈਆਂ। ਸਤਵਾਂ ਸਾਂਝ ਕੀਆ ਘਰ ਵਾਸ, ਜ਼ਿੰਦਗੀ ਦਾ ਸਤਵਾਂ ਹਿੱਸਾ ਆਇਆ, ਸਤਵਾਂ ਪੜਾਵ ਆਇਆ, ਤੂੰ ਧਨ ਪਦਾਰਥ ਇਕੱਠੇ ਕਰਨ ਵਾਸਤੇ ਲੱਗ ਗਿਆ। ਅੱਠਵਾਂ ਕ੍ਰੋਧ ਹੋਆ ਧਨ ਨਾਸ, ਅੱਠਵਾਂ ਸਮਾਂ ਆਇਆ, ਇੰਨਾ ਕੁ ਕ੍ਰੋਧ ਪ੍ਰਬਲ ਹੋ ਗਿਆ ਹੁਣ ਕੁਝ ਕਰ ਸਕਦਾ ਨਹੀਂ, ਮੰਜੀ ਤੇ ਪਿਆ ਵੀ ਖਿੱਚਦਾ ਰਹਿੰਦਾ, ਧਨ ਨਾਸ ਹੋ ਗਿਆ। ਨਾਵੈ ਧੌਲਾ ਉਭੇ ਸਾਹ, ਹੁਣ ਐਸਾ ਸਮਾਂ ਹੋਇਆ ਸਿਰ ਦੇ ਧੌਲੇ ਹੀ ਧੌਲੇ ਆ ਗਏ। ਦਸਵਾਂ ਦੱਦਾ ਹੋਆ ਸੁਆਹ, ਜ਼ਿੰਦਗੀ ਦਾ ਦਸਵਾਂ ਹਿੱਸਾ ਇਹ ਤਨ ਸੜ ਕੇ ਤੇ ਸੁਆਹ ਹੋ ਗਿਆ। ਸ਼ਬਦ ਪੂਰਾ ਚਲੋ ਕਹਿ ਦੇਣਾ। ਇਹ 10 ਹਿੱਸਿਆਂ ਵਿੱਚ ਜ਼ਿੰਦਗੀ ਨੂੰ ਵੰਡਿਆ। ਮਰ ਕਹਿੰਦੇ ਗੇਸ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ, ਆਇਆ ਗਿਆ ਮੋਇਆ ਨਾਉ, ਪਿਛੈ ਪੱਤਲ ਸਦਿਓ ਕਾਬ, ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਇਹ ਜ਼ਿੰਦਗੀ ਦੇ 10 ਪੜਾਅ ਵੀ ਬੰਦਾ ਗੁਜ਼ਾਰ ਕੇ ਕਈ ਵਾਰੀ ਚਲਾ ਜਾਂਦਾ, ਲੇਕਿਨ ਆਪਣੇ ਜੀਵਨ ਦਾ ਮਕਸਦ ਜਿਹੜਾ ਉਹ ਨਹੀਂ ਸਮਝ ਪਾਉਂਦਾ। ਸੋ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਲੋਕ ਨੰਬਰ 35 ਦੇ ਅੰਦਰ ਨਾ ਇੱਕ ਗੱਲ ਸਮਝਾਈ ਕਿ ਭਲਿਓ ਅਸਲ ਵਿੱਚ ਜ਼ਿੰਦਗੀ ਦੇ ਇਹ 3 ਪੜਾਵ ਨੇ, 3 ਹਿੱਸੇ ਨੇ ਜੋ ਜੀਵਨ ਦੇ ਅੰਦਰ ਗੁਜ਼ਰਦੇ ਨੇ। ਲਓ ਪੰਕਤੀ ਦਾ ਦੁਬਾਰਾ ਪਾਠ ਸੁਣੀਏ। ਮਰ ਕਹਿੰਦੇ ਬਾਲ ਜਵਾਨੀ ਅਰ ਬਿਰਦ ਫੁਨ, ਤੀਨ ਅਵਸਥਾ ਜਾਨ। ਬਾਲ ਬਚਪਨ, ਜਵਾਨੀ ਅਤੇ ਬਿਰਧ ਬਜ਼ੁਰਗੀ। ਮਰ ਕਹਿੰਦੇ ਇਸ ਜੀਵਨ ਦੇ ਅੰਦਰ ਇਹ 3 ਅਵਸਥਾ ਤੂੰ ਜਾਣ ਲੈ। ਜਿਹੜਾ ਮਨੁੱਖ ਆਪਣੇ ਜੀਵਨ ਦਾ ਪੈਂਡਾ ਪੂਰਾ ਕਰਕੇ ਜਾਂਦਾ, ਉਹਦੇ ਜੀਵਨ 'ਚ 3 ਅਵਸਥਾਵਾਂ ਆਉਂਦੀਆਂ, ਬਚਪਨ, ਜਵਾਨੀ ਤੇ ਬੁਢਾਪਾ। ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਇਹ ਭਾਈ ਇੱਕ ਗੱਲ ਸੁਣ ਲੈ, ਭਾਵੇਂ ਤੇਰੇ ਤੇ ਬਚਪਨ ਆਇਆ ਤੇ ਭਾਵੇਂ ਜਵਾਨੀ ਤੇ ਭਾਵੇਂ ਬੁਢੇਪਾ, ਅਗਰ ਇਹ 3 ਅਵਸਥਾਵਾਂ ਵਿੱਚ ਤੂੰ ਮਾਲਕ ਨੂੰ ਯਾਦ ਨਹੀਂ ਕੀਤਾ, ਉਹਦੀ ਇਬਾਦਤ ਨਹੀਂ ਕੀਤੀ, ਤੇਰੀਆਂ 3 ਅਵਸਥਾਵਾਂ ਬੇਕਾਰ ਚਲੀਆਂ ਗਈਆਂ। ਭਾਵੇਂ ਬਚਪਨ ਸੀ, ਭਾਵੇਂ ਜਵਾਨੀ ਸੀ ਤੇ ਭਾਵੇਂ ਬੁਢੇਪਾ ਸੀ, ਉਹ ਕੋਈ ਮਾਇਨੇ ਨਹੀਂ ਰੱਖਦਾ।
कि तू बचपन का समा गुजार दिता, तू जवानी का समा गुजार दिता, बजुर्गी च जपेगा, मर कहते ये अवस्थावां तेरियां सारियां बेकार चलियां गईयां। सत्संग किते गौ करके वेखियो। मेरे सतगुर कहते उम्र शरीरक जिहड़ी ये मायने नहीं रखती, पता नहीं कदों मालक की किस ते किरपा हो जाए। सत्संग तुसीं देखियो किते भगत कबीर साहब की पावन बाणी पढ़ के वेखियो, जदों सानूं मनुखी जीवां नूं नाम जपण वास्ते हदायत दित्ती ना कि भलिओ नाम जपो, उस मौके एक उदाहरण दित्ती भगत कबीर साहब ने, आख्या भलिओ जे नाम जपना तो उस तरीके नाल जपिओ। उत्थे जिक्र एक बाल का किया, एक बच्चे का किया जी। आख्या उम्र मायने नहीं रखती, पता नहीं कदों किरपा हो जाए, किस उम्र विचों मालक सानू अपने चरणों नाल जोड़ ले। उत्थे कबीर साहब कहते राम जपो जी ऐसे ऐसे, ध्रुव प्रहलाद जपिओ हर जैसे। की उम्र सी उन्हां दी साध संगत। आख्या उम्र मायने नहीं रखती, देखी जे बचपन तो अजाई गवा दिता तो अगे सुचेत हो जाए, किते जवानी संभाल ली, जे जवानी निकल ली तो घट्टो घट्ट बुढ़ापा संभाल ली, किते बुढ़ापे विच भी जाके चेते करेंगा तां भी तेरा जीवन सफला हो जाएगा। जे गुरु कलगीधर पातशाह दे लखते जिगर वेखीए जी, की उम्रां सन जो बाबा जोरावर सिंह ते बाबा फतेह सिंह दियां, 7 साल ते 9 साल दियां उम्रां साध संगत। तां सतगुरां ने गल समझाई कि कोशिश करी जे समझ आ गई तो बचपन भी सफल हो जाए, जवानी भी सफल हो जाए, बुढ़ेपा भी सफल हो जाए। 7 साल की उम्र च अपने आप को कंधां विच चिनवा के शहीद कर लिया, पर जालम की ईन नहीं मनी। अज सारा संसार उन्होंने बच्चे कह के याद नहीं करता, बल्कि बाबा कह के याद करता है। बाबा जोरावर सिंह, बाबा फतेह सिंह, क्यों? क्योंकि बाबियां वाले काम करके ना, जिहड़े काम ना 7 साल ते 9 साल की उम्र कीते, सचमुचो बजुर्गों वाले सन, बाबियां वाले सन, तां करके बाबा कह के सत्कारिया जाता। उम्र मायने नहीं रखती, ये शरीरक उम्र ये तां चलती रहनी। भाई तारू सिंह का जीवन पढ़ लिओ, चढ़ती जवानी का समा, की पता कदों किते ये जीवन लेखे लग जाए जी। मर कहते मैं चाहना तेरा बचपन भी सवर जाए, तेरी जवानी भी सवर जाए, तेरा बुढ़ेपा भी सवर जाए। भाई तारू सिंह का चढ़ती जवानी का समा जी। कदों कोई अपना जीवन गुरु के लेखे ला दे, केवल ये नहीं मैं बेनती कर रहा कि शहादत एक गुरु को समर्पित हो जाना, ये भी तो एक शहादत है जी। अपना आपा गुरु अगे बेच देना, अपने आप को गुरु अगे मार देना, इसे मेरे पातशाह ने कहा सी पहला मरण कबूल जीवन की छड़ आसे। कोई शरीरक तौर पर मौत का जिक्र थोड़ी, अपने आप को मार देना, अपने आप को खत्म कर देना, जिस बारे कबीर साहब कहते कबीर तू करता, तू हुआ मुझ में रहा ना, हूँ अपना आपा खत्म कर देना, मन बेचा सतगुर के पास। जे बुढ़ापे की गल करिए, उम्र मायने थोड़ी रखती। बाबा दीप सिंह जी का जीवन पढ़ के वेखो, वो 75 साल की उम्र च जिथे लोग जिम्मेवारियों का पलाना ला के सुट देंगे ना, उस 75 साल की उम्र च बाबा दीप सिंह ने खंडा खड़का दिता जी। आखिर उम्र थोड़ी मायने रखती है। तो बस गुरु अगे अरदास कर किते तेरे जिंदगी के ये तिन्ने पड़ाव जिहड़े ने सफल हो जान। जे तू बचपन तो गुरुद्वारे आना शुरू किया, संगत विच आना शुरू किया, मता किते रंग लागत 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 है ना। जिहो जी बंदा संगत करदा ना, कल भी बेनती की सी, उहो जिहा उहदा सुभाव बन जाता। जिमें जिमें संगत च आंदा, तिवें तिवें उत्ते रंग चढ़ता जाता। जिमें जिमें पाठ सरवण करता, कीर्तन सरवण करता, कथा सरवण करता, उहदे जीवन च एक वक्री तब्दीली आनी शुरू हो जाती। जे वो ये भुख लैके गुरुद्वारे आएगा सत्संग कि मैं कुछ सीखण जाना, फिर उहदे जीवन च तब्दीली आनी है। जे केवल तां केवल कोई मकसद लैके नहीं ना आए, तो फिर जीवन च परिवर्तन नहीं आना। सो अज गुरु तेग बहादुर पातशाह ने एक हलूना दिता कि भलिओ देखियो, इंतजार ना करते रहो कि तुहाडे ते बजुर्गी आएगी तो नाम जपांगे। मर कहते जे बचपन निकल गया तो बंदगी तो बिना वो भी अजाई है, जवानी जां बुढ़ेपा निकल गया तो व्यर्थ ही चला गया। लो सलोक का दोबारा पाठ करिए, किते हिरदे घर विच गल बस जाए साध संगत। फिर सतगुरां ने अगले सलोक च फिर हलूना दिता साध संगत। मर कहते बाल जवानी अर बिरद पुन, तीन अवस्था जान, कहो नानक हर भजन बिन, बिरथा सब ही मान। ये सारिया अवस्थावां बिरथा समझ, जे तेनों किसी भी पड़ाव ते किसी समय भी मालक की याद नहीं आई। पूरी बाणी पढ़ियो, सतगुरां ने बार बार हलूना दिता, तेरे जीवन का मकसद है गुर सेवा ते भगत कमाई, ताबे मानस दे ही पाई। उठते बहते उहदे भाव हेठ जीना, उहदे डर हेठ जीना,
किते मेरे तो कोई इहो जिहा कर्म ना हो जाए जिहदे करके अगले दा दिल दुख जाए। ये भी बंदगी का हिस्सा सासंग। तां बाबा फरीद जी कहते एक फिक्का ना गलाए सबना में सच्चा धनी। किसी को फिक्का ना बोली क्योंकि हर एक दे अंदर परमात्मा वसदा ही। तो किसी को नहीं दिल दुखा रहा बल्कि उस मालक नूं तो दुखा रहा क्योंकि हर घट विचों मालक वसदा। लो सतगुरां ने फिर अगे श्लोक नंबर 36 च हलूना दिता जी। आख्या भलिया तेरी जिंदगी के तिन्ने पड़ाव निकल गए पर जो कुछ तू करना सी वो नहीं कर पाया। बड़ा प्यारा वचन जे। इस श्लोक नाल देखियो किवें अगला श्लोक जुड़दा। कहंदे जो कुछ तू करना सी तेरे जिंदगी के तिन्ने पड़ाव निकल गए, तिन्ने अवस्थावां निकल गईयां पर तू वो कुछ कीता नहीं। अगले श्लोक च ये गल सतगुर कहंदे ने मर कहंदे करनो हुतो सो ना कियो, करनो हुतो सो ना कियो परयो लोभ कै फंत। सारी उम्र इहो जिहा लोभ दे विच फसिया रहा, जो कुछ करन आया सी वो कर नहीं पाया। वो भलिया तेरे जीवन का मकसद बड़ा उच्चा सी। क्यों? क्योंकि तेरे जीवन बड़ा उच्चा तेनों मिलिया। किते सचमुच किते ध्यान मार के आपां देखिए सत्संग कंबनी छिड़दी है किहड़ियां किहड़ियां जोनां विचों मनुख निकल के आया। सतगुर कहंदे तैनूं मैं सरदार बना के धरती ते भेजिया जी। फकर महसूस करना चाहिए जी, फकर। मर कहंदे देख अबर जोन तेरी पनहारी इस धरती में तेरी सिकदारी। तैनूं सरदार बना के धरती ते भेजिया जी। सारियां जोनां तेरी सेवा करने वास्ते बनाईयां ने। तैनूं सब तो उत्तम बना के संसार ते भेजिया। तो एक गल तां फिर मन लैनी चाहिए जे जीवन उत्तम है तो इहदे मकसद भी उत्तम ही होवेगा ना। इहदा मकसद ये थोड़ी है खाना पीना हसना सौना विसर गया है मरना। इहदा मकसद भी उच्चा। मर कहंदे करनो हुतो सो ना कियो, जो करना सी वो कीता नहीं। होया कि परियो लोभ कै फंद। सारी उम्र लोभ लालच विच इहो जिहा फस के रह गया, जो काम करने वास्ते आया सी वो भुल गया। फिर होया कि जी नानक समयो रम गयो अब क्यों रोब ते अंत। समयों कहते हैं समय नूं, जो जिंदगी का समा मिलिया। रम गयो दा अर्थ बीत गया। मर कहते जिहड़ा तैनूं जिंदगी का समा मिलिया सी वो एवें बीत गया। अब क्यों रोबत अंत, हुण क्यों रोना। तुसीं देखियो अंतले समय बंदा बड़ा पछतावा करदा जी, बड़ा रोंदा है। मर कहते हुण रोन का की लाभ होना जो समा ही निकल गया। तां तां सियाणे कहंदे अब पछताए क्या होत जब चिड़िया चोगी खेत ना। जो चिड़ियाँ ही चुक के लै गईयां हुण की कर सकना। तो फिर बंदा पछतांदा। तुसीं दो गल्लां देखियो जी। अगर बंदा कोई चंगा काम करदा ना तो फकर महसूस करदा है ना, वो सचमुच अंदर ही अंदर खुशी महसूस करता है कि सचमुच मैं कोई चंगा काम किया। उहदे विपरीत जदों कोई माड़ा काम करता तो उहदा रिजल्ट भुगतना पैंदा, फिर तो रोंदा ही है ना, फिर तो पछतांदा ही है। तां भगत कबीर साहब ने कहा सी राम सिमर पछताएगा मन, पापी जेड़ा लोभ करता है आज कल उठ जाएगा। वो भलिया अंत वेले पछताना पैना ही। अंत वेला तो किते रह गया। तुसीं रोज़ रोज़ देखियो साध संगत 12 घंटे का समा साढ़े को दिन का होंदा ना, कोई साढ़े कोलों कोई माड़ा कर्म हो जाता ना, बंदा जिन्ने मर्जी पढ़दे पाए गल वखरी है। कोई साढ़े कोलों कोई कौड़ा बचन निकल जाता है, कोई असीं किसी की माड़ी गल कर दिंदे आ, तुसीं देखियो जदों कल्ले बैठांगे वो चेते जरूर आएगी, बंदा पछतांदा जरूर है जी। इस करके मेरे सतगुर कहंदे हुण रोण दा की लाभ है, जिहड़ा काम तो करना सी वो कीता नहीं, जिहड़ी तैनूं जिम्मेवारी दित्ती सी वो तो निभाई नहीं, हुण क्यों रोना तो, हुण तू क्यों फिक्र करदा। मेरे सतगुर कहंदे इस करके तैनूं सुचेत कर रहा भलिया जीवन नूं संभाल। तू इत्थे आया परमात्मा की बंदगी अते चंगे कर्म करन वास्ते। सानूं क्यों सोहले का पाठ दिता जी शाम नूं कि सौन वेले सोहले का पाठ करिया कर, काहदे वास्ते सारे दिन का निरीक्षण करिया कर। तू अज कीता की है, सवेर तो लैके शाम तक देख कोई चंगा काम तेरे तो होया, तू किसी का भला कीता, तू किसी ने कोई खुशी दे सकिया, किते ऐसा तो नहीं तू सारा दिन किसी ने दुख ही दिता होवे। तां सोहले का पाठ दिता। पाठ करन तो पहला केवल जवान पाठ ही ना करे, पाठ करन तो पहला तो पूरे दिन के 12 घंटे वल झात मारी अज मैं कीता की है। और सचमुच नाल नाल बंदा पछतावा करेगा, सचमुच अज मेरे तो तां कोई चंगा काम होया ही नहीं। सचमुच गुरु कृपा करे अंदर किते निर्मल भाव पैदा हो जाए, अंदर किते डर पैदा हो जाए कि सचमुच मैं जिम्मेवारी नहीं निभा सकिया, जो मैनू जीवन की जिम्मेवारी दी मालक ने मैं नहीं निभा सकिया, मैं फेल हो गया। ये भी एक कामयाबी जी, अपने आप च पछतावा करना, मालका कर कृपा मिर्च बल बख्श हिम्मत बख्श,
ਤਾਂ ਕਿ ਮੈਂ ਆਪਣੇ ਜੀਵਨ ਨੂੰ ਕਾਮਯਾਬ ਕਰ ਸਕਾਂ। ਤਾਂ ਹੀ ਤਾਂ ਸਤਿਗੁਰਾਂ ਨੇ ਧਰਮ ਦੀ ਡੈਫੀਨੇਸ਼ਨ ਕੀ ਦਿੱਤੀ? ਮਾਰਗ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਕੇਵਲ ਜਪ ਨਹੀਂ, ਜਪ ਦੇ ਨਾਲ ਨਿਰਮਲ ਕਰਮ ਵੀ ਆਖਿਆ, ਚੰਗੇ ਕੰਮ ਕਰਨੇ। ਇਹ ਨਹੀਂ ਸਵੇਰੇ ਪਾਠ ਕਰ ਲਿਆ, ਸਾਰਾ ਦਿਨ ਨਿੰਦੇ ਚੁਗਲੀ ਕਰ ਲਈ, ਉਹ ਤਾਲਮੇਲ ਨਹੀਂ ਬਣਿਆ। ਮਾਰਗ ਕਹਿੰਦੇ ਜੇ ਨਾਮ ਜਪਣਾ ਨਾਲ ਨਿਰਮਲ ਕਰਮ ਵੀ ਕਰਨੇ ਨੇ। ਸਵੇਰੇ ਪਾਠ ਕੀਤਾ, ਕਿਸੇ ਦਾ ਦਿਲ ਦੁਖਾ ਦਿੱਤਾ, ਸਾਰਾ ਉੱਥੇ ਦਾ ਉੱਥੇ ਫਿਰ ਆ ਗਿਆ, ਉਹ ਸੱਚਮੁੱਚ ਕਿਸੇ ਖਾਤੇ 'ਚ ਨਹੀਂ ਪਿਆ। ਤਾਂ ਗਿਆਨੀ ਮਸ਼ਕੀਨ ਜੀ ਕਹਿੰਦੇ ਸਨ, ਬੰਦਾ ਧਰਮ ਦੇ ਰਾਹ 'ਤੇ ਇੱਕ ਕਦਮ ਪੁੱਟਦਾ ਸਵੇਰੇ ਉੱਠ ਕੇ, ਨਿਤਨੇਮ ਕਰਦਾ, ਇਹਦਾ ਕਦਮ ਪੁੱਟਿਆ ਜਾਂਦਾ ਹੈ। ਪਰ ਜਦੋਂ ਸਾਰਾ ਦਿਨ ਉਹੋ ਜਿਹੇ ਕਰਮ ਕਰਦਾ, ਕਿਸੇ ਨੂੰ ਦੁੱਖ ਆਉਂਦਾ, ਕਿਸੇ ਦਾ ਦਿਲ ਦੁਖੀ ਕਰਦਾ, ਉਹ ਪੈਰ ਪੁੱਟਿਆ ਹੋਇਆ ਫਿਰ ਉੱਥੇ ਹੀ ਆ ਜਾਂਦਾ। ਸੱਚਮੁੱਚ ਤਾਂ ਅੱਜ ਬੰਦਾ ਉੱਥੇ ਦਾ ਉੱਥੇ ਆ, ਜੀਵਨ 'ਚ ਕੋਈ ਪਰਿਵਰਤਨ ਨਹੀਂ ਆਉਂਦਾ। ਮੇਰੇ ਸਤਿਗੁਰ ਕਹਿੰਦੇ ਫਿਰ ਕਿਉਂ ਪਛਤਾਨਾ? ਤੈਨੂੰ ਮਿਲਿਆ ਸੀ ਜੀਵਨ ਕੁਝ ਕਰਨ ਵਾਸਤੇ, ਕਰਨੋ ਹੋਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ, ਅਬ ਕਿਉਂ ਰੋਬਤ ਅੰਤ। ਹੁਣ ਕਿਉਂ ਰੋਣਾ ਤੂੰ? ਹੁਣ ਕਿਉਂ ਪਛਤਾਨਾ? ਹੁਣ ਸੱਚਮੁੱਚ ਇਹ ਤੇਰੇ ਕੀਤੇ ਹੋਏ ਕਰਮਾਂ ਦਾ ਹੀ ਤੈਨੂੰ ਫਲ ਭੁਗਤਣਾ ਪੈ ਰਿਹਾ, ਕਿਸੇ ਦੇ ਕਰਮਾਂ ਦਾ ਥੋੜ੍ਹੀ ਫਲ ਭੁਗਤਣਾ ਪਿਆ ਤੂੰ। ਇਹ ਤਾਂ ਕਰਮੀ ਆਪੋ ਆਪਣੀ ਹੈ, ਕਿਸੇ ਦੀ ਕਰਮੀ ਕੋਈ ਨਹੀਂ ਭੁਗਤਦਾ। ਸਾਧ ਗੱਲ ਪੱਕੀ ਪੱਲੇ ਬੰਨ੍ਹ ਲਿਓ। ਇੱਥੇ ਤਾਂ ਸਤਿਗੁਰਾਂ ਨੇ ਡੰਕੇ ਦੀ ਚੋਟ ਨਾਲ ਕਿਹਾ, ਆਪਨ ਹੱਥੀ ਆਪਣਾ ਆਪੇ ਹੀ ਕਾਲ ਸੁਆਰੀਏ। ਚੰਗਾ ਕੰਮ ਕਰੋ, ਮਾੜਾ ਕੰਮ ਕਰੋ, ਉਹਦੀ ਕਰਮੀ ਤਾਂ ਆਪ ਹੀ ਭੁਗਤਣੀ ਪੈਣੀ ਆ। ਸੋ ਸ਼ਲੋਕ ਨੰਬਰ 36 'ਚ ਇਹੋ ਗੱਲ ਆਖੀ ਕਿ ਭਲਿਆ ਤੂੰ ਕਰਨ ਵਾਸਤੇ ਕੀ ਆਇਆ, ਉਹ ਤੂੰ ਕੀਤਾ ਨਹੀਂ ਤੇ ਤੇਰੇ ਜੀਵਨ ਦਾ ਸਮਾਂ ਬੀਤ ਗਿਆ, ਹੁਣ ਪਛਤਾਣ ਦਾ ਕੀ ਲਾਭ ਹੈ। ਸਤਿਗੁਰਾਂ ਨੇ ਅਗਲੇ ਸ਼ਲੋਕ 'ਚ ਹੋਰ ਰਹਿਮਤ ਕੀਤੀ ਜੀ, ਸ਼ਲੋਕ ਨੰਬਰ 37 ਅੰਦਰ। ਮਰ ਕਹਿੰਦੇ ਮਨ ਮਾਇਆ ਮੈਂ ਰਮ ਰਹਿਓ, ਨਿਕਸਤ ਨਾਹਿਨ ਮੇਤ। ਜਿਸ ਮਨੁੱਖ ਦਾ ਮਨ ਜਿਹੜਾ ਨਾ ਸਾਰੀ ਉਮਰ ਮਾਇਆ ਦੇ ਵਿੱਚ ਹੀ ਗਲਤਾਨ ਹੋ ਕੇ ਰਹਿ ਗਿਆ, ਨੋਟ ਕਰਿਓ, ਨਿਕਸਤ ਨਾਹਿਨ ਮੀਤ, ਉਹ ਆਪਣੇ ਆਪ ਉਹਦਾ ਮਨ ਇਹ ਮਾਇਆ ਦੇ ਮੋਹ ਵਿੱਚੋਂ ਨਿਕਲ ਨਹੀਂ ਸਕਦਾ। ਹਾਲਾਂਕਿ ਦਾਸ ਨੇ ਕਈ ਵਾਰੀ ਬੇਨਤੀ ਕੀਤੀ, ਸਿਰਫ ਇਹ 4 ਕੌਡੀਆਂ ਨੂੰ ਮਾਇਆ ਨਾਲ ਨਾ ਤੋਲ ਲਿਓ। ਸੰਸਾਰ ਤੇ ਜਿੰਨਾ ਵਰਤਾਰਾ ਵਰਤਦਾ ਪਿਆ ਨਾ, ਇਹ ਸਾਰਾ ਮਾਇਆ ਹੀ ਦਈ ਹੈ। ਜਿਸ ਗੱਲ ਕਰਕੇ ਸਾਨੂੰ ਰੱਬ ਭੁੱਲ ਜਾਏ ਨਾ, ਉਹ ਹਰ ਇੱਕ ਚੀਜ਼ ਮਾਇਆ, ਕਿਸੇ ਕਾਰਨ ਕਰਕੇ ਉਹ ਕਾਰਨ ਮਾਇਆ ਬਣ ਜਾਂਦੀ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੇ ਮੋਹਰ ਲਾਈ ਹੈ, ਉਹ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜਾ ਭਾਉ ਦੂਜਾ ਲਾਇਆ। ਉਹ ਹਰ ਚੀਜ਼ ਮਾਇਆ ਜਿਹਦੇ ਕਰਕੇ ਰੱਬ ਭੁੱਲ ਜਾਏ। ਅੱਜ ਸਤਿਗੁਰ ਕਹਿੰਦੇ ਮਨ ਮਾਇਆ ਮੈਂ ਰਮ ਰਿਓ, ਨਿਕਸਤ ਨਾਹਿਨ ਮੀਤ। ਇਹ ਮੇਰੇ ਮਿੱਤਰ, ਜਿਸ ਮਨੁੱਖ ਦਾ ਮਨ ਸਾਰੀ ਉਮਰ ਮਾਇਆ ਦੇ ਮੋਹ ਵਿੱਚ ਫਸ ਜਾਂਦਾ, ਫਿਰ ਆਪਣੇ ਆਪ ਨਿਕਲਦਾ ਨਹੀਂ। ਗੌਰ ਕਰਿਓ, ਆਪਣੇ ਯਤਨ ਕਰਕੇ ਉਸ ਵਿੱਚੋਂ ਨਿਕਲਦਾ ਨਹੀਂ। ਅੱਗੇ ਸਤਿਗੁਰਾਂ ਬੜੀ ਕਮਾਲ ਦੀ ਉਦਾਹਰਨ ਦਿੱਤੀ ਜੀ। ਮਰ ਕਹਿੰਦੇ ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਪੀਤ। ਪਤਾ ਆਪਣੇ ਆਪ ਕਿਵੇਂ ਨਹੀਂ ਨਿਕਲ ਸਕਦਾ ਉਹਦੇ ਅੰਦਰ। ਉਦਾਹਰਨ ਕਿੰਨੀ ਕਮਾਲ ਦੀ ਦਿੱਤੀ। ਕਹਿੰਦੇ ਕਿਸੇ ਦੀਵਾਰ ਉੱਤੇ, ਕਿਸੇ ਕੰਧ ਉੱਤੇ ਕੋਈ ਤੁਸੀਂ ਚਿੱਤਰਕਾਰੀ ਬਣਾ ਦਿਓ, ਕੋਈ ਮੂਰਤ ਬਣਾ ਦਿਓ। ਤੁਸੀਂ ਦੇਖਿਓ ਉਹ ਮੂਰਤ ਇੰਨੀ ਕੁ ਦੀਵਾਰ ਨੂੰ ਪਕੜ ਲੈਂਦੀ ਹੈ ਨਾ। ਕੋਈ ਪੇਂਟਿੰਗ ਲਗਾ ਲਓ, ਕਿਸੇ ਤਰੀਕੇ ਨਾਲ ਕੋਈ ਮੂਰਤ ਬਣਾਈ ਹੋਏ ਕਿਸੇ ਦੀਵਾਰ 'ਤੇ, ਉਹ ਮੂਰਤ ਜਿਹੜੀ ਆ ਆਪਣੇ ਯਤਨ ਕਰਕੇ ਦੀਵਾਰ ਤੋਂ ਅਲੱਗ ਹੋ ਸਕਦੀ ਹੈ? ਉਹ ਨਹੀਂ ਨਾ ਹੋ ਸਕਦੀ, ਕਿਉਂਕਿ ਪੇਂਟਿੰਗ ਹੋ ਗਈ। ਦੇਖੋ ਕਿੰਨੀ ਕਮਾਲ ਦੀ ਉਦਾਹਰਨ ਦਿੱਤੀ ਸਤਿਗੁਰਾਂ ਨੇ। ਕਹਿੰਦੇ ਇਸ ਕਰਕੇ ਬੰਦਾ ਵੀ ਆਪਣੀ ਮਰਜ਼ੀ ਨਾਲ ਆਪਣੇ ਯਤਨ ਕਰਕੇ ਇਹ ਮਾਇਆ ਦੇ ਮੋਹ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ। ਜਿਵੇਂ ਇੱਕ ਤਸਵੀਰ ਜਿਹੜੀ ਆ ਆਪ ਦੀਵਾਰ ਨੂੰ ਛੱਡ ਨਹੀਂ ਸਕਦੀ। ਆਪਾਂ ਲਿਖਦੇ ਆ ਨਾ ਕੋਈ ਦੀਵਾਰ 'ਤੇ ਜਾਂ ਕੋਈ ਮੂਰਤ ਬਣਾਉਂਦੇ ਆ ਦੀਵਾਰ 'ਤੇ, ਨਕਸ਼ਾ ਲਿਆਇਓ ਅੱਖਾਂ ਦੇ ਸਾਹਮਣੇ, ਉਹਨੂੰ ਮੂਰਤ ਚਾਹੇ ਕਿ ਮੈਂ ਆਪਣੇ ਆਪ ਦੀਵਾਰ ਤੋਂ ਅਲੱਗ ਹੋਣਾ, ਉਹ ਨਹੀਂ ਹੋ ਸਕਦੀ। ਜਦ ਤੱਕ ਉਸ ਨੂੰ ਖੋਤਰਾਂਗੇ ਨਹੀਂ, ਜਦੋਂ ਤੱਕ ਉਸ ਨੂੰ ਉਤਾਰਾਂਗੇ ਨਹੀਂ, ਦੀਵਾਰ ਨੂੰ ਉੱਥੋਂ ਜਾਂ ਖੋਦਾਂਗੇ ਨਹੀਂ, ਉਹ ਨਹੀਂ ਉਤਰੇਗੀ। ਮਾਰ ਕਹਿੰਦੇ ਠੀਕ ਇਸੇ ਤਰ੍ਹਾਂ ਜਿਸ ਮਨੁੱਖ ਦਾ ਮਨ ਇਤਨਾ ਕਮਾਇਆ ਵਿੱਚ ਗਲਤਾਨ ਹੋਇਆ, ਭਲਿਆ ਤੇਰੇ ਯਤਨ ਕਰਕੇ ਤੂੰ ਇਹਦੇ ਵਿੱਚੋਂ ਨਹੀਂ ਨਿਕਲ ਸਕਣਾ। ਹਾਂ, ਗੁਰੂ ਅੱਗੇ ਅਰਦਾਸ ਕਰ। ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ, ਗੁਰੂ ਦਾ ਪੱਲਾ ਪਕੜਨਾ, ਗੁਰੂ ਅੱਗੇ ਅਰਦਾਸ ਕਰਨੀ। ਮਤਾਂ ਕਿਤੇ ਸੱਚਮੁੱਚ ਇਹ ਆਪਾਂ ਇਹਨਾਂ ਚੀਜ਼ਾਂ 'ਚੋਂ ਬਾਹਰ ਨਿਕਲ ਕੇ ਕਿਤੇ ਸਾਡੀ ਸਾਂਝ ਉਸ ਮਾਲਕ ਨਾਲ ਬਣ ਜਾਏ। ਲਓ ਦੁਬਾਰਾ ਸ਼ਲੋਕ ਦਾ ਪਾਠ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਅਸੀਸ ਲੈ ਕੇ ਨਾ ਤੇ ਅੱਜ ਦੇ ਵਿਸ਼ੇ ਦੀ ਸੰਪੂਰਨਤਾ ਕਰੀਏ। ਰੋਜ਼ 3 ਸ਼ਲੋਕਾਂ ਦੀ ਆਪਾਂ ਸੰਖੇਪ ਜੀ ਵਿਚਾਰ ਕਰਦੇ ਹਾਂ। ਸੋ ਨਾਲ ਨਾਲ ਦਾਸ ਬੇਨਤੀ ਕਰਦਾ ਪਿਆ, ਜਿਹੜੇ ਸੱਜਣ ਜੋ ਸੰਗਤ ਨਹੀਂ ਸ਼ਲੋਕਾਂ ਦੀ ਪੂਰੀ ਵਿਚਾਰ ਸੁਣ ਪਾਈ, ਸੋ ਅੱਜ ਨੈੱਟ ਦਾ ਜ਼ਮਾਨਾ ਹੈ। ਸੰਗਤ YouTube 'ਤੇ ਜਾ ਕੇ ਭਾਈ ਸੁਰਜੀਤ ਸਿੰਘ ਖਾਲਸਾ ਸਰਚ ਕਰੋਗੇ, ਸਾਰੇ ਸ਼ਲੋਕਾਂ ਦੀ ਵਿਚਾਰ ਤੁਹਾਨੂੰ ਮਿਲ ਜਾਏਗੀ। ਤੁਸੀਂ ਘਰ ਬੈਠ ਕੇ ਵੀ ਇਹ ਸਾਰੇ ਸ਼ਲੋਕਾਂ ਦੀ ਵਿਚਾਰ ਸਰਵਣ ਕਰ ਸਕਦੇ ਹੋ। ਕਿਸੇ ਤਰੀਕੇ ਨਾਲ ਆਪਾਂ 400 ਸਾਲਾ ਪਿਆਰ ਨਾਲ ਮਨਾ ਲਈਏ।
बस एक अंदर भावना जागी सी कि ये 2021 ਜਿਹੜਾ ना ਅਸੀਂ ਵੱਧ ਤੋਂ ਵੱਧ गुरु तेग बहादुर पातशाह की पावन बाणी ਨੂੰ ਪੜ੍ਹੀਏ ਤੇ ਸੁਣੀਏ, इस तरीके नाल गुरु तेग बहादुर पातशाह का गुरपुरब मनाइए। दोबारा बेनती, जो संगतां लेट आंदियां जां नहीं आ पा रही, जिथों तक आवाज़ जा रही है, अज नैट का जमाना, यूट्यूब पर जाके तो भाई सुरजीत सिंह खालसा सर्च करके सारी की सारी कथा जी सामने आ जाएगी। अपने घर बैठ के भी आप सारी कथा जी है सरवण कर सकते हैं। मता किते आप गुरु तेग बहादुर पातशाह का कुछ क करजा अपने सिर तो ला सकीए। एक दिन भी बेनती की सी, अगर वो ना शहादत देंदे तो अज हिंदुस्तान का नक्शा तक मिट जाना सी शासन। उस मौके के बादशाह नाल मत्था लाना ये गुरु तेग बहादुर पातशाह के हिस्से आया जी। सो गुरु तेग बहादुर पातशाह कहते ना, मन माया मैं रम रहे हो, निकसत नाहिन मीत किवें, नानक मूरत चित्र ज्यों, छाडत नाहिन भीत। भीत कहते दीवार में, जिवें दीवार ते बनाई हुई मूर्त कोई अपने यतन करके दीवार तो लग नहीं हो सकती, ठीक इस तरह भलिया तो भी यह माया के जंजाल विचों नहीं निकल सकता। इक्को तरीका है, गुरु अगे अरदास कर कि राख पिता प्रभ मेरे, मोहे निर्गुण सब गुण तेरे मालका, कृपा कर किते सचमुच मैं इन्हां विकारां तो उपर उठ के मैं तेरे नाल सांझ पा सकां, ताकि मेरा जीवन किते सफला हो सके। सो आओ रल मिल के गुरु तेग बहादुर पातशाह की असीस लईए। कोई रसना बांझी ना रवे जी, सारे गज वज के प्यार दे नाल बोलण की कृपालता करियो, ताकि किते ये रसना सुची हो जाए, साडा जीवन सफल हो जाए जी। कर नाउ नित आवे ताए, 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 तेग बहादुर सिमरिया, तेग बहादुर सिमरिया, तेग बहादुर सिमरिया, तेग बहादुर सिमरिया, कर नाउ नित आवे ताए, कर नाउ नित आवे ताए, सब ताई होए सहाय, सब ताई होए सहाय, सब ताई होए सहाय, सब ताई होए सहाय, सब दा धन्नवाद। होइयां बेअंत भुल्लां बख्श लैनियां जी। गज के फतेह बुला दो। वाहिगुरू जी का खालसा, वाहिगुरू जी की फतेह।